ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਇਸ ਹਫਤੇ ਕੈਨੇਡਾ ਤੋਂ ਸਾਹਮਣੇ ਆਈਆਂ ਨੇ। ਇਹਨਾਂ ਵੱਡੀਆਂ ਖਬਰਾਂ ਦੇ ਉੱਪਰ ਸਭ ਤੋਂ ਪਹਿਲਾਂ ਮਾਰਦੇ ਹਾਂ ਨਜ਼ਰ। ਟੈਂਪਰੇਰੀ ਵਰਕਰਸ ਦੇ ਨਾਲ ਹੋ ਰਹੀ ਠੱਗੀ, ਭਾਰਤ ਤੋਂ ਆਉਣ ਵਾਲੇ ਹੋ ਰਹੇ ਹਨ ਸ਼ਿਕਾਰ। ਕੈਨੇਡਾ ਵੱਲੋਂ ਪੰਜਾਬ ਦਾ ਸਫ਼ਰ ਨਾ ਕਰਨ ਦੀ ਹਿਦਾਇਤ, ਕਿਹਾ ਯਾਤਰਾ ਤੋਂ ਕਰੋ ਪਰਹੇਜ਼। ਅਸਾਈਲਮ ਸੀਕਰਸ ਦੀ ਗਿਣਤੀ ਦੇ ਵਿੱਚ ਰਿਕਾਰਡ ਵਾਧਾ, ਟੁੱਟਾ ਪਿਛਲੇ 7 ਸਾਲਾਂ ਦਾ ਰਿਕਾਰਡ। ਕੈਨੇਡਾ ਨੇ ਖਤਮ ਕੀਤੀਆਂ ਸਾਰੀਆਂ ਪਾਬੰਦੀਆਂ, ਹੁਣ ਵੈਕਸੀਨ ਦਾ ਸਬੂਤ ਦਿਖਾਉਣਾ ਨਹੀਂ ਹੋਵੇਗਾ ਜ਼ਰੂਰੀ। ਟੈਂਪਰੇਰੀ ਵਰਕਰਸ ਦੇ ਨਾਲ ਠੱਗੀ ਹੋ ਰਹੀ ਹੈ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਇਸ ਹਫਤੇ ਇਹ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਕਈ ਟੈਂਪਰੇਰੀ ਵਰਕਰਸ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਖਾਸ ਕਰ ਭਾਰਤ ਤੋਂ ਜਿਹੜੇ ਟੈਂਪਰੇਰੀ ਵਰਕਰਸ ਆ ਰਹੇ ਨੇ, ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਹਨਾਂ ਦੇ ਨਾਲ ਧੋਖਾ ਹੋ ਗਿਆ। ਕੈਨੇਡਾ ਦਾ ਵਰਕ ਪਰਮਿਟ ਹਾਸਲ ਕਰਨ ਦੇ ਬਦਲੇ ਕਈ ਟੈਂਪਰੇਰੀ ਵਰਕਰਸ ਦੇ ਨਾਲ ਠੱਗੀ ਹੋ ਰਹੀ ਹੈ। ਇਸ ਦਾ ਬਾਰੇ ਹੈਰਾਨ ਕਰਨ ਵਾਲੀ ਇੱਕ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਚੱਲਿਆ ਕਿ ਭਾਰਤ ਤੋਂ ਕੈਨੇਡਾ ਆਉਣ ਵਾਲੇ ਕਈ ਟੈਂਪਰੇਰੀ ਵਰਕਰਸ ਦੇ ਨਾਲ ਠੱਗੀ ਹੋਈ ਹੈ, ਜਿਨ੍ਹਾਂ ਕੋਲੋਂ ਡਾਲਰਸ ਮੰਗੇ ਜਾ ਰਹੇ ਨੇ। ਹਾਲ ਹੀ ਵਿੱਚ ਕੈਨੇਡਾ ਦੇ ਬਾਹਰੋਂ ਆਉਣ ਵਾਲੇ ਟੈਂਪਰੇਰੀ ਵਰਕਰਸ ਵੱਲੋਂ ਵਰਕ ਪਰਮਿਟ ਹਾਸਲ ਕਰਨ ਵਾਸਤੇ ਜੋ EMPLOYERS ਹਨ ਅਤੇ ਰਿਕਰੂਟਰਸ ਉਹਨਾਂ ਨੂੰ ਹਜ਼ਾਰਾਂ ਡਾਲਰ ਦਾ ਭੁਗਤਾਨ ਕਰਨ ਦੇ ਰੁਝਾਨ ਦਾ ਖੁਲਾਸਾ ਹੋਇਆ ਹੈ। ਜਿਹੜੇ ਇਸ ਦੀ ਲਪੇਟ ਵਿੱਚ ਆਏ ਨੇ, ਉਹਨਾਂ ਦਾ ਕਹਿਣਾ ਹੈ ਕਿ ਭੁਗਤਾਨ ਦੇ ਬਾਵਜੂਦ ਵੀ ਅਕਸਰ ਵਰਕਰਾਂ ਦੇ ਹੱਥ ਕੁਝ ਨਹੀਂ ਲੱਗਦਾ। ਐਕਸਪਰਟਸ ਵੀ ਹੁਣ ਲਗਾਤਾਰ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਨੌਕਰੀ ਦੇਣ ਵਾਲੇ ਅਤੇ ਇਮੀਗ੍ਰੇਸ਼ਨ ਕੌਂਸਲੇਟ ਅਕਸਰ ਹੀ ਵਿਦੇਸ਼ੀ ਕਾਮਿਆਂ ਦਾ ਫਾਇਦਾ ਚੁੱਕਦੇ ਰਹਿੰਦੇ ਨੇ। ਭਾਰਤ ਤੋਂ ਕੁਝ ਅਜਿਹੇ ਆਏ ਹਨ ਜਿਨ੍ਹਾਂ ਵੱਲੋਂ ਆਪਣੀ ਹੱਡਬੀਤੀ ਦੱਸੀ ਗਈ ਹੈ। ਇਸ ਬਾਰੇ ਐਕਸਪਰਟਸ ਦਾ ਕਹਿਣਾ ਹੈ ਕਿ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਆਮ ਹੋ ਰਹੀਆਂ ਨੇ। ਹਰ ਸਾਲ ਕਰੀਬ 1 ਲੱਖ ਟੈਂਪਰੇਰੀ ਫੋਰਨ ਵਰਕਰਸ ਕੈਨੇਡਾ ਆਉਂਦੇ ਨੇ। ਵੈਨਕੂਵਰ ਦੇ ਮਾਈਗ੍ਰੈਂਟ ਵਰਕਰਸ ਸੈਂਟਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਨੌਕਰੀ ਦੇਣ ਵਾਲੇ ਇਹਨਾਂ ਵਰਕਰਸ ਨੂੰ ਰੱਖਣ ਵਾਸਤੇ ਰਿਕਰੂਟਰਾਂ ਦਾ ਸਹਾਰਾ ਲੈਂਦੇ ਹਨ। ਸੈਂਟਰ ਨਾਲ ਜੁੜੇ ਕੁਝ ਲੋਕਾਂ ਵੱਲੋਂ ਦੱਸਿਆ ਗਿਆ ਕਿ ਵਰਕਰਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਕਿ ਨੌਕਰੀ ਦੇਣ ਵਾਲੇ ਜਾਂ ਫਿਰ ਰਿਕਰੂਟਰਸ ਵੱਲੋਂ ਨੌਕਰੀਆਂ ਦੇਣ ਵਾਸਤੇ ਪੈਸੇ ਮੰਗਣੇ ਗੈਰ ਕਾਨੂੰਨੀ ਹਨ ਤੇ ਉਹ ਇਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ। ਕਿਹਾ ਜਾ ਰਿਹਾ ਹੈ ਕਿ ਰਿਕਰੂਟਰਸ ਵੱਲੋਂ ਪਰਮਿਟ ਦੇ ਬਦਲੇ ਮੰਗੀ ਜਾਣ ਵਾਲੀ ਰਾਸ਼ੀ ਦੇ ਵਿੱਚ ਵਾਧਾ ਹੋ ਰਿਹਾ ਹੈ। ਇਹ 20,000 ਤੋਂ 30,000 ਡਾਲਰ ਦੇ ਦਰਮਿਆਨ ਹੋ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਾਂ ਇੱਕ ਵਰਕਰ ਕੋਲੋਂ 75,000 ਅਮਰੀਕੀ ਡਾਲਰ ਵੀ ਮੰਗੇ ਗਏ, ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਵਿੱਚ ਆਉਣ ਵਾਲੀ ਅਸਾਈਲਮ ਸੀਕਰਸ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਦਰਜ ਕੀਤੀ ਗਈ। ਇਹਨਾਂ ਅਸਾਈਲਮ ਸੀਕਰਸ ਦੇ ਅੰਕੜੇ ਦੇ ਵਿੱਚ ਰਿਕਾਰਡ ਵਾਧਾ ਦੱਸਿਆ ਜਾ ਰਿਹਾ ਹੈ। ਪਿਛਲੇ 7 ਸਾਲਾਂ ਦਾ ਰਿਕਾਰਡ ਟੁੱਟ ਚੁੱਕਾ ਹੈ, ਜਿਸ ਬਾਰੇ ਇਸ ਹਫ਼ਤੇ ਅੰਕੜੇ ਜਾਰੀ ਕੀਤੇ ਗਏ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦਾ ਪਿਛਲਾ 6 ਸਾਲਾਂ ਦਾ ਰਿਕਾਰਡ ਟੁੱਟਿਆ ਹੈ। ਪਹਿਲਾਂ ਦੇ ਮੁਕਾਬਲੇ ਬਾਰਡਰ ਪਾਰ ਕਰਨ ਵਾਲੇ ਅਸਾਈਲਮ ਸੀਕਰਸ ਦੀ ਗਿਣਤੀ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ। ਸਰਕਾਰ ਵੱਲੋਂ ਇਸ ਬਾਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਪਹਿਲਾਂ ਦੇ ਮੁਕਾਬਲੇ ਕਿੰਨੇ ਅਸਾਈਲਮ ਸੀਕਰਸ ਦੀ ਗਿਣਤੀ ਵੱਧ ਹੋਈ ਹੈ। ਸਾਲ 2022 ਦੇ ਪਹਿਲੇ 8 ਮਹੀਨਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਦੱਸਿਆ ਗਿਆ ਕਿ 23,358 ਅਸਾਈਲਮ ਸੀਕਰਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲਾ ਲਿਆ ਗਿਆ ਹੈ। 2017 ਦੇ ਮੁਕਾਬਲੇ ਇਹ ਵੱਡਾ ਵਾਧਾ ਦੱਸਿਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਫੈਡਰਲ ਸਰਕਾਰ ਵੱਲੋਂ 1,922 ਅਸਾਈਲਮ ਸੀਕਰਸ ਨੂੰ ਓਨਟਾਰੀਓ ਦੇ ਵਿੱਚ ਲਿਆਂਦਾ ਗਿਆ, ਕਿਉਂਕਿ ਕਿਊਬਿਕ ਸਰਕਾਰ ਵੱਲੋਂ ਗੱਲ ਕਹੀ ਜਾ ਰਹੀ ਸੀ ਕਿ ਇੱਥੇ ਵੱਧ ਰਹੀ ਗਿਣਤੀ ਉਹ ਹੈਂਡਲ ਨਹੀਂ ਕਰ ਸਕਦੇ। ਕਿਊਬਿਕ ਸਰਕਾਰ ਵੱਲੋਂ ਲਗਾਤਾਰ ਇਸ ਬਾਰੇ ਗੱਲ ਚੁੱਕੀ ਜਾ ਰਹੀ ਸੀ ਤੇ ਬਾਈਡਨ ਪ੍ਰਸ਼ਾਸਨ ਤੋਂ ਵੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਤਰ੍ਹਾਂ ਦੀ ਐਂਟਰੀ ਦੇ ਉੱਪਰ ਰੋਕ ਲਗਾਈ ਜਾਵੇ, ਪਰ ਰਾਸ਼ਟਰਪਤੀ ਬਾਈਡਨ ਵੱਲੋਂ ਇਸ ਬਾਰੇ ਕੁਝ ਹੋਰ ਹੀ ਜਵਾਬ ਦਿੱਤਾ ਗਿਆ ਸੀ। ਹੁਣ ਤਾਜ਼ਾ ਅੰਕੜੇ ਦੱਸ ਰਹੇ ਨੇ ਕਿ ਪਹਿਲਾਂ ਦੇ ਮੁਕਾਬਲੇ ਕਿਵੇਂ ਜ਼ਿਆਦਾ ਬਾਰਡਰ ਕ੍ਰਾਸਿੰਗ ਅਸਾਈਲਮ ਸੀਕਰਸ ਦਾ ਅੰਕੜਾ ਵਾਧਾ ਹੋਇਆ ਦਿਖਾਈ ਦੇ ਰਿਹਾ, ਜਿਸ ਨੇ ਪਿਛਲੇ 6 ਸਾਲਾਂ ਦਾ ਕੈਨੇਡਾ ਵਿੱਚ ਰਿਕਾਰਡ ਤੋੜ ਦਿੱਤਾ। ਇੱਥੇ ਇਹ ਵੀ ਦੱਸ ਦਈਏ ਕਿ ਅਮਰੀਕਾ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਜਿੱਥੇ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਰੋਜ਼ਾਨਾ 9,000 ਦੇ ਕਰੀਬ ਇਸ ਮਹੀਨੇ ਬਾਰਡਰ ਪਾਰ ਕਰਨ ਵਾਲਿਆਂ ਦਾ ਅੰਕੜਾ ਸਾਂਝਾ ਕੀਤਾ ਗਿਆ। ਕੈਨੇਡੀਅਨ ਨਾਗਰਿਕਾਂ ਨੂੰ ਪੰਜਾਬ ਸਮੇਤ ਕੁਝ ਹੋਰ ਸੂਬਿਆਂ ਦੀ ਯਾਤਰਾ ਨਾ ਕਰਨ ਦੇ ਵਾਸਤੇ ਸਲਾਹ ਦਿੱਤੀ ਗਈ ਹੈ। ਜੀ ਹਾਂ, ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਗੁਜਰਾਤ, ਪੰਜਾਬ ਅਤੇ ਰਾਜਸਥਾਨ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਖੇਤਰਾਂ ਵਿੱਚ ਯਾਤਰਾ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਅਜਿਹਾ ਕਿਉਂ ਕਿਹਾ ਜਾ ਰਿਹਾ, ਇਸ ਦਾ ਕਾਰਨ ਵੀ ਕੈਨੇਡਾ ਵੱਲੋਂ ਸਪਸ਼ਟ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਹ ਹਦਾਇਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ 27 ਸਤੰਬਰ ਨੂੰ ਇੱਕ ਅਪਡੇਟ ਜਾਰੀ ਕੀਤੀ ਗਈ, ਜਿਸ ਮੁਤਾਬਕ ਯਾਤਰਾ ਐਡਵਾਈਜ਼ਰੀ ਵਿੱਚ ਬਾਘਾ ਬਾਰਡਰ ਕ੍ਰਾਸਿੰਗ ਨੂੰ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ, ਜਿੱਥੇ ਜਾਣ ਤੋਂ ਪਰਹੇਜ਼ ਦੱਸਿਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਵੀ ਕੈਨੇਡਾ ਰਹਿੰਦੇ ਨਾਗਰਿਕ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਜਿੱਥੇ ਉਹਨਾਂ ਵੱਲੋਂ ਜਾਣਕਾਰੀ ਸੋਸ਼ਲ ਮੀਡੀਆ ਉੱਪਰ ਵੀ ਸਾਂਝੀ ਕੀਤੀ। ਤੇ ਹੁਣ ਖਬਰ ਸਾਹਮਣੇ ਆਈ ਹੈ, ਜਿੱਥੇ ਕੈਨੇਡੀਅਨ ਨਾਗਰਿਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਨਾਲ ਲੱਗਦੇ ਸੂਬਿਆਂ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਹਫਤੇ ਕੈਨੇਡਾ ਵੱਲੋਂ ਬਾਰਡਰ ਦੇ ਉੱਪਰ ਜਾਰੀ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ। ਹੁਣ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਨਾ ਤੇ ਆਪਣੀ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ ਤੇ ਨਾ ਹੀ ਉਹਨਾਂ ਨੂੰ ਰੈਂਡਮ ਟੈਸਟਿੰਗ ਤੋਂ ਲੰਘਣਾ ਪਵੇਗਾ। ਯਾਤਰੀਆਂ ਦੇ ਉੱਪਰ ਜਿਹੜੀਆਂ ਬਾਕੀ ਰਹਿੰਦੀਆਂ ਪਾਬੰਦੀਆਂ ਸਨ, ਉਹਨਾਂ ਨੂੰ ਵੀ ਹੁਣ ਹਟਾ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਵੱਡੀ ਰਾਹਤ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਕਰੋਨਾ ਕਾਰਨ ਜੋ ਬਾਰਡਰ ਦੇ ਉੱਪਰ ਪਾਬੰਦੀਆਂ ਲੱਗੀਆਂ ਸਨ, ਉਹਨਾਂ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਵੱਲੋਂ ਕੋਵਿਡ-19 ਸੰਬੰਧੀ ਬਾਰਡਰ ਰੋਕਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਹ ਪਾਬੰਦੀਆਂ 30 ਸਤੰਬਰ ਨੂੰ ਖਤਮ ਹੋਣ ਜਾ ਰਹੀਆਂ ਨੇ। ਫੈਡਰਲ ਸਰਕਾਰ ਵੱਲੋਂ ਕਰੋਨਾ ਪੈਂਡੈਮਿਕ ਸੰਬੰਧਿਤ ਬਾਰਡਰ ਦੇ ਉੱਪਰ ਜਿਹੜੀਆਂ ਰੋਕਾਂ ਨੇ, ਉਹਨਾਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ, ਜਿਸ ਦਾ ਮਤਲਬ ਹੈ ਕਿ ਹੁਣ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਅਰਾਈਵ ਕੈਨ ਐਪ ਰਾਹੀਂ ਜਾਣਕਾਰੀ ਦੇਣ ਦੀ ਲੋੜ ਨਹੀਂ ਪਵੇਗੀ। ਯਾਤਰੀਆਂ ਨੂੰ ਹੁਣ ਵੈਕਸੀਨ ਦਾ ਸਬੂਤ ਨਹੀਂ ਦੇਣਾ ਪਵੇਗਾ। ਯਾਤਰਾ ਕਰਨ ਤੋਂ ਪਹਿਲਾਂ ਜਾਂ ਫਿਰ ਪਹੁੰਚ ਕੇ ਕੋਵਿਡ ਟੈਸਟ ਕਰਵਾਉਣ ਦੀ ਸ਼ਰਤ ਨੂੰ ਵੀ ਹੁਣ ਖਤਮ ਕਰ ਦਿੱਤਾ ਗਿਆ ਹੈ। ਨਵੇਂ ਐਲਾਨੇ ਗਏ ਨਿਯਮਾਂ ਮੁਤਾਬਕ ਹੁਣ ਯਾਤਰੀਆਂ ਨੂੰ ਆਈਸੋਲੇਟ ਕਰਨ ਦੀ ਜਾਂ ਫਿਰ ਕੋਵਿਡ ਦੇ ਲੱਛਣ ਮੋਨੀਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜਹਾਜ਼ ਅਤੇ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਮਾਸਕ ਲਗਾਉਣਾ ਵੀ ਲਾਜ਼ਮੀ ਨਹੀਂ ਹੋਵੇਗਾ। ਫੈਡਰਲ ਹੈਲਥ ਮਿਨਿਸਟਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਪਾਬੰਦੀਆਂ ਖਤਮ ਕਰਨ ਦਾ ਅਰਥ ਇਹ ਨਹੀਂ ਕਿ ਦੇਸ਼ ਕੋਵਿਡ ਤੋਂ ਬਾਹਰ ਆ ਗਿਆ। ਟੂਰਿਜ਼ਮ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਲੋਕ ਲਗਾਤਾਰ ਇਹਨਾਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਰੈਂਡਮ ਟੈਸਟਿੰਗ ਨੂੰ ਖਤਮ ਕੀਤਾ ਜਾਵੇ ਤੇ ਕੈਨੇਡਾ ਸਰਕਾਰ ਵੱਲੋਂ ਹੁਣ ਇਹਨਾਂ ਪਾਬੰਦੀਆਂ ਹਟਾਉਣ ਸੰਬੰਧੀ ਹਰੀ ਝੰਡੀ ਦੇ ਦਿੱਤੀ ਗਈ ਹੈ। Accumulated over the last few weeks and months, we are announcing that the Government of Canada will not renew the order in Council that expires on September the 30th and will therefore remove all COVID-19 border requirements for all travellers entering Canada. This includes the removal of all federal testing, quarantine and isolation requirements, as well as the mandatory submission of health information in ArriveCan. The Government of Canada will maintain the ability to re-establish certain border measures should they be required in the future to protect Canadians from the importation of new variants of concern or other emerging public health threats. ਘਰ ਖਰੀਦਣ ਵਾਲਿਆਂ ਦੇ ਨਾਲ ਤੇ ਘਰ ਵੇਚਣ ਵਾਲਿਆਂ ਦੇ ਨਾਲ ਭੇਦਭਾਵ ਹੋ ਰਿਹਾ ਹੈ। ਇੱਕ ਰਿਪੋਰਟ ਇਸ ਹਫ਼ਤੇ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਘਰ ਖਰੀਦਣ ਤੇ ਵੇਚਣ ਵੇਲੇ ਦੋਹਾਂ ਵਾਰ ਹੀ ਕਈਆਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਨਾਲ ਅਜਿਹਾ ਹੋਇਆ, ਉਹ ਆਪਣੇ ਗੱਲ ਰੱਖਦੇ ਹੋਏ ਵੀ, ਆਪਣਾ ਪੱਖ ਰੱਖਦੇ ਹੋਏ ਵੀ ਦਿਖਾਈ ਦਿੱਤੇ। ਘਰ ਖਰੀਦਣ ਤੇ ਵੇਚਣ ਦੇ ਪ੍ਰੋਸੈਸ ਦੇ ਵਿੱਚ ਵਿਤਕਰਾ ਹੋ ਰਿਹਾ ਹੈ। ਭੇਦਭਾਵ ਦੇ ਬਾਰੇ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਕਿ ਓਨਟਾਰੀਓ ਅੰਦਰ ਘਰ ਖਰੀਦਣ ਤੇ ਵੇਚਣ ਦੀ ਪ੍ਰਕਿਰਿਆ ਵਿੱਚ ਇਸ ਸਮੇਂ ਭੇਦਭਾਵ ਮੌਜੂਦ ਹੈ। ਰਿਪੋਰਟ ਤੋਂ ਪਤਾ ਚੱਲਿਆ ਕਿ 4 ਵਿੱਚੋਂ ਇੱਕ ਬਲੈਕ ਮੂਲ ਨਿਵਾਸੀ ਅਤੇ ਗੈਰ ਗੋਰੀ ਨਸਲ ਦੇ ਰਿਟੇਲਰਸ ਨੇ ਵਿਤਕਰੇ ਦਾ ਸਾਹਮਣਾ ਕੀਤਾ ਹੈ। ਜੀ ਹਾਂ, ਓਨਟਾਰੀਓ ਰੀਅਲ ਏਸਟੇਟ ਐਸੋਸੀਏਸ਼ਨ ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ, ਜਿਸ ਤੋਂ ਪਤਾ ਚੱਲਦਾ ਹੈ ਕਿ ਘਰ ਖਰੀਦਣ ਅਤੇ ਵੇਚਣ ਦੀ ਪ੍ਰੋਸੈਸ ਵਿੱਚ ਰਿਟੇਲਰ ਅਤੇ ਕਲਾਇੰਟਸ ਨੂੰ ਕਈ ਵਾਰ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਫਾਈਟਿੰਗ ਫॉर ਫੇਅਰ ਹਾਊਸਿੰਗ ਰਿਪੋਰਟ ਤੋਂ ਜਾਣਕਾਰੀ ਮਿਲੀ, ਜਿਸ ਮੁਤਾਬਕ 1/3 ਤੋਂ ਵੱਧ ਰਿਟੇਲਰਸ ਨੇ ਨਸਲਵਾਦ ਜਾਂ ਫਿਰ ਵਿਤਕਰੇ ਦਾ ਅਹਿਸਾਸ ਕੀਤਾ ਤੇ ਹਰੇਕ 4 ਵਿੱਚੋਂ ਇੱਕ ਬਲੈਕ ਮੂਲ ਨਿਵਾਸੀ ਜਾਂ ਫਿਰ ਗੈਰ ਗੋਰੇ ਭਾਈਚਾਰੇ ਨਾਲ ਸੰਬੰਧਿਤ ਰਿਟੇਲਰ ਨੇ ਕਿਹਾ ਕਿ ਉਹਨਾਂ ਦੀ ਪਛਾਣ ਕਰਕੇ ਕਲਾਇੰਟਸ ਨੇ ਉਹਨਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। 10 ਵਿੱਚੋਂ 2 ਗ੍ਰਾਹਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਛਾਣ ਕਾਰਨ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਗਿਆ। ਬਲੈਕ ਤੇ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਸੰਬੰਧਿਤ ਵਿਅਕਤੀਆਂ ਨਾਲ ਅਜਿਹਾ ਵੱਧ ਹੁੰਦਾ ਹੈ। ਰਿਪੋਰਟ ਨੇ ਓਨਟਾਰੀਓ ਰੀਅਲ ਏਸਟੇਟ ਐਸੋਸੀਏਸ਼ਨ ਨੂੰ ਅਜਿਹੀਆਂ ਪ੍ਰੋਸੈਸਿੰਗ ਤਿਆਰ ਕਰਨ ਵਾਸਤੇ ਵੀ ਉਤਸ਼ਾਹਿਤ ਕੀਤਾ, ਜਿੱਥੇ ਇੱਕ ਸੈਕਟਰ ਦੇ ਵਿੱਚ ਨਸਲਵਾਦ ਅਤੇ ਵਿਤਕਰੇ ਬਾਰੇ ਸ਼ਿਕਾਇਤਾਂ ਨੂੰ ਆਸਾਨੀ ਨਾਲ ਦਰਜ ਕੀਤਾ ਜਾ ਸਕੇ, ਉਹਨਾਂ ਦੀ ਜਾਂਚ ਕੀਤੀ ਜਾ ਸਕੇ ਤੇ ਨਤੀਜੇ ਵਜੋਂ ਸਖਤ ਜੁਰਮਾਨੇ ਕੀਤੇ ਜਾ ਸਕਣ।
ਇਸ ਦੇ ਨਾਲ ਹੀ ਨਵੇਂ ਕਿਰਾਏ ਦੇ ਪ੍ਰੋਜੈਕਟ ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਸ਼ਰਤਾਂ ਨੂੰ ਘਟਾ ਕੇ ਅਤੇ ਅਗਲੀਆਂ 10 ਸਾਲਾਂ ਵਿੱਚ 99,000 ਕਮਿਊਨਿਟੀ ਹਾਊਸਿੰਗ ਯੂਨਿਟਸ ਦਾ ਨਿਰਮਾਣ ਕਰਕੇ ਸਾਰਿਆਂ ਵਾਸਤੇ ਘਰ ਦੀ ਮਲਕੀਅਤ ਨੂੰ ਵਧੇਰੇ ਪਹੁੰਚਯੋਗ ਬਣਾਉਣ ਵਾਸਤੇ ਕਿਹਾ ਜਾ ਰਿਹਾ ਹੈ। ਕੈਨੇਡਾ ਦੀ ਆਰਥਿਕਤਾ ਦੇ ਬਾਰੇ ਇਸ ਹਫ਼ਤੇ ਖਬਰ ਸਾਹਮਣੇ ਆਈ। ਆਰਥਿਕਤਾ ਦੇ ਬਾਰੇ ਰਾਹਤ ਦੀ ਖਬਰ ਸਾਹਮਣੇ ਆਈ, ਜਿੱਥੇ ਜੀਡੀਪੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਇੱਕ ਮਹੀਨੇ ਦੌਰਾਨ ਜੀਡੀਪੀ ਦੇ ਵਿੱਚ 0.1% ਦਾ ਵਾਧਾ ਦੱਸਿਆ ਜਾ ਰਿਹਾ ਹੈ। ਕੈਨੇਡਾ ਦੀ ਆਰਥਿਕਤਾ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜੁਲਾਈ ਮਹੀਨੇ ਦੌਰਾਨ ਆਰਥਿਕਤਾ ਕਿਸ ਤਰ੍ਹਾਂ ਰਹੀ। ਤਾਜ਼ਾ ਅੰਕੜੇ ਦੱਸਦੇ ਨੇ ਕਿ ਜੁਲਾਈ ਮਹੀਨੇ ਦੌਰਾਨ ਆਰਥਿਕਤਾ ਵਿੱਚ 0.1% ਦਾ ਵਾਧਾ ਹੋਇਆ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ। ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਦੇ ਜੀਡੀਪੀ ਦੇ ਵਿੱਚ ਜੁਲਾਈ ਮਹੀਨੇ ਦੌਰਾਨ 0.1% ਦਾ ਵਾਧਾ ਦਰਜ ਕੀਤਾ ਗਿਆ। ਕੈਨੇਡਾ ਦੇ ਆਇਲ ਸੈਂਡ ਉਦਯੋਗ ਦੇ ਉਤਪਾਦਨ ਦੇ ਵਿੱਚ ਜੁਲਾਈ ਮਹੀਨੇ ਦੌਰਾਨ 0.5% ਵਾਧਾ ਹੋਇਆ, ਜਿਸ ਨੇ ਕੈਨੇਡਾ ਦੀ ਆਰਥਿਕਤਾ ਵਿੱਚ ਮਜ਼ਬੂਤੀ ਲਿਆਂਦੀ। ਖੇਤੀਬਾੜੀ, ਤੇਲ ਅਤੇ ਗੈਸ ਮਾਈਨਿੰਗ ਸੈਕਟਰ ਦੇ ਵਿੱਚ ਜੋ ਵਿਕਾਸ ਹੋਇਆ ਹੈ ਉਸ ਨਾਲ ਵੀ ਆਰਥਿਕਤਾ ਨੂੰ ਫਾਇਦਾ ਪਹੁੰਚਿਆ। ਖੇਤੀਬਾੜੀ, ਜੰਗਲਾਤ, ਮੱਛੀ ਪਾਲਣ ਅਤੇ ਹੰਟਿੰਗ ਸੈਕਟਰ ਦੇ ਵਿੱਚ 3.2% ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦੱਸਦੇ ਨੇ ਕਿ ਨਿਰਮਾਣ ਖੇਤਰ ਦੇ ਵਿੱਚ 0.5% ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ 4 ਮਹੀਨਿਆਂ ਦੇ ਵਿੱਚ ਤੀਸਰੀ ਵਾਰ ਅਜਿਹਾ ਦੱਸਿਆ ਜਾ ਰਿਹਾ ਹੈ। ਰੀਟੇਲ ਸੈਕਟਰ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ, ਜਿਸ ਵਾਸਤੇ 1.9% ਦਾ ਅੰਕੜਾ ਸਾਂਝਾ ਕੀਤਾ ਗਿਆ। ਇਸ ਹਫ਼ਤੇ ਐਕਸਪ੍ਰੈਸ ਐਂਟਰੀ ਦਾ ਡਰਾਅ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ। 6 ਜੁਲਾਈ ਤੋਂ ਬਾਅਦ 7ਵਾਂ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ, ਜਿਸ ਵਿੱਚ 3000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਝਾਕੀ। IRCC ਵੱਲੋਂ ਨਵੇਂ ਇਮੀਗ੍ਰੇਸ਼ਨ ਦੇ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। IRCC ਵੱਲੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ। ਇਸ ਡਰਾਅ ਵਿੱਚ 3000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। 6 ਜੁਲਾਈ ਤੋਂ ਬਾਅਦ ਇਹ 7ਵਾਂ ਐਕਸਪ੍ਰੈਸ ਐਂਟਰੀ ਦਾ ਡਰਾਅ IRCC ਵੱਲੋਂ ਐਲਾਨ ਕੀਤਾ ਗਿਆ। IRCC ਵੱਲੋਂ ਇਸ ਡਰਾਅ ਤਹਿਤ 3750 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਨ੍ਹਾਂ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਨ੍ਹਾਂ ਕੋਲ ਘੱਟੋ ਘੱਟ 504 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣ। ਇਹ ਸੱਦੇ ਉਨ੍ਹਾਂ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਵਾਸਤੇ ਐਲੀਜੀਬਲ ਰਹੇ। ਪਿਛਲੇ ਡਰਾਅ ਦੀ ਤੁਲਨਾ ਦੇ ਵਿੱਚ ਇਸ ਵਾਰ ਜ਼ਿਆਦਾ ਸੱਦੇ ਜਾਰੀ ਕੀਤੇ ਗਏ। ਲਗਾਤਾਰ ਤੀਸਰੀ ਵਾਰ ਇਹ ਵੇਖਣ ਦੇ ਵਿੱਚ ਆਇਆ ਜਦੋਂ ਪਿਛਲੇ ਡਰਾਅ ਦੇ ਮੁਕਾਬਲੇ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਜਾਗੀ ਹੋਵੇ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਐਕਸਪ੍ਰੈਸ ਐਂਟਰੀ ਦਾ ਡਰਾਅ ਐਲਾਨ ਕੀਤਾ ਗਿਆ, ਜਿਸ ਵਿੱਚ 3250 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 31 ਅਗਸਤ ਨੂੰ ਡਰਾਅ ਕੱਢਿਆ ਗਿਆ, ਉਸ ਵਿੱਚ 2750 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਇਸ ਦੇ ਨਾਲ ਹੀ ਦੱਸ ਦਈਏ ਕਿ ਬੈਕਲੌਗ ਦੇ ਸੰਬੰਧ ਦੇ ਵਿੱਚ ਵੀ ਰਾਹਤ ਦੀ ਖਬਰ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਫਾਈਲਾਂ ਦਾ ਬੈਕਲੌਗ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਇਸ ਤੋਂ ਪਹਿਲਾਂ ਲਗਾਤਾਰ ਇਹੀ ਅਪਡੇਟ ਦਿੱਤੀ ਜਾ ਰਹੀ ਸੀ ਕਿ ਬੈਕਲੌਗ ਦੇ ਵਿੱਚ ਵਾਧਾ ਹੋ ਰਿਹਾ ਹੈ, ਪਰ ਹੁਣ ਇਹ ਬੈਕਲੌਗ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਚੁੱਕਿਆ ਹੈ। ਫੈਡਰਲ ਸਕਿਲਡ ਵਰਕਰਸ ਵਾਸਤੇ 11669, ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਸਤੇ 5214, ਸਕਿਲਡ ਟ੍ਰੇਡਸ ਵਾਸਤੇ 299, ਟੈਰੀਟਰੀ ਨੋਮੀਨੇਸ਼ਨਸ ਦੇ ਵਾਸਤੇ 22998 ਫਾਈਲਾਂ ਦਾ ਅੰਕੜਾ ਜਾਰੀ ਕੀਤਾ ਗਿਆ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਖਾਲੀ ਨੌਕਰੀਆਂ ਵੀ ਪਈਆਂ ਨੇ, ਜਿਨ੍ਹਾਂ ਵਿੱਚ ਰਿਕਾਰਡ ਵਾਧਾ ਦੱਸਿਆ ਜਾ ਰਿਹਾ ਹੈ। ਪਹਿਲਾਂ ਕਦੇ ਵੀ ਇੰਨੀਆਂ ਨੌਕਰੀਆਂ ਖਾਲੀ ਨਹੀਂ ਸਨ, ਜੋ ਅੰਕੜਾ ਹੁਣ ਸਾਂਝਾ ਕੀਤਾ ਜਾ ਰਿਹਾ ਹੈ। ਇਸ ਹਫ਼ਤੇ ਕੈਨੇਡਾ ਦੇ ਕੁਝ ਸੂਬਿਆਂ ਵਿੱਚ ਫਿਓਨਾ ਚੱਕਰਵਾਤ ਵੱਲੋਂ ਜੋ ਤਬਾਹੀ ਮਚਾਈ ਗਈ, ਇਸ ਤੋਂ ਬਾਅਦ ਗੁਰੂ ਘਰ ਵੱਲੋਂ ਵੀ ਲੰਗਰ ਛਕਾਇਆ ਗਿਆ। ਉਹਨਾਂ ਵੱਲੋਂ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਲੰਗਰ ਦੀ ਡਿਲੀਵਰੀ ਵੀ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਕੁਝ ਹਿੱਸਿਆਂ ਦੇ ਵਿੱਚ ਇਸ ਹੁਰੀਕੇਨ ਦੇ ਕਾਰਨ ਕਾਫੀ ਨੁਕਸਾਨ ਹੋਇਆ, ਜਿਸ ਤੋਂ ਬਾਅਦ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਫਿਓਨਾ ਹੁਰੀਕੇਨ ਨੇ ਜੋ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਈ ਹੋਈ ਹੈ, ਇਸ ਦੌਰਾਨ ਪੰਜਾਬੀ ਭਾਈਚਾਰਾ ਮਦਦ ਵਾਸਤੇ ਅੱਗੇ ਆਇਆ ਹੈ। ਆਮ ਲੋਕਾਂ ਦੀ ਮਦਦ ਹੁਣ ਪੰਜਾਬੀ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੈਨੇਡਾ ਦਾ ਪੂਰਬੀ ਹਿੱਸਾ ਚੱਕਰਵਾਤ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਹੈਲੀਫੈਕਸ ਸ਼ਹਿਰ ਵਿੱਚ ਸਥਿਤ ਮੈਰੀਟਾਈਮ ਸਿੱਖ ਸੁਸਾਇਟੀ ਗੁਰਦੁਆਰਾ ਵੱਲੋਂ ਸ਼ਹਿਰ ਨਿਵਾਸੀਆਂ ਵਾਸਤੇ ਲੰਗਰ ਚਲਾਇਆ ਜਾ ਰਿਹਾ ਹੈ। ਗੁਰਦੁਆਰੇ ਦੀ ਵਾਈਸ ਪ੍ਰੈਜ਼ੀਡੈਂਟ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਦੇ ਵਿੱਚ ਇਸ ਸਮੇਂ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਜਿੱਥੇ ਲੋਕਾਂ ਦੇ ਫ੍ਰਿਜ ਬੰਦ ਹੋ ਗਏ ਨੇ ਤੇ ਇਸ ਵਿੱਚ ਪਿਆ ਸਮਾਨ ਖਰਾਬ ਹੋ ਰਿਹਾ ਹੈ, ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਸਟੋਰ ਬੰਦ ਹਨ।
ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਉਹਨਾਂ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਲੰਗਰ ਸਾਰਾ ਦਿਨ ਚੱਲਦਾ ਹੈ ਤੇ ਡਿਲੀਵਰੀ ਵੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਗੁਰਦੁਆਰੇ ਵਿੱਚ ਆ ਕੇ ਲੰਗਰ ਛਕ ਰਹੇ ਨੇ ਤੇ ਉਹਨਾਂ ਵੱਲੋਂ ਡਿਲੀਵਰ ਵੀ ਕੀਤਾ ਜਾ ਰਿਹਾ ਹੈ। ਡਿਲੀਵਰੀ ਵਾਸਤੇ ਕੁਝ ਵੋਲੰਟੀਅਰ ਹਨ। ਦੱਸਿਏ ਕਿ ਕੈਨੇਡਾ ਦੇ ਪੂਰਬੀ ਹਿੱਸੇ ਵਿੱਚ ਆਏ ਭਿਆਨਕ ਚੱਕਰਵਾਤ ਫਿਓਨਾ ਨੇ ਜ਼ਬਰਦਸਤ ਤਬਾਹੀ ਮਚਾ ਦਿੱਤੀ। ਤੂਫਾਨੀ ਬਾਰਿਸ਼ ਅਤੇ ਸ਼ਕਤੀਸ਼ਾਲੀ ਹਵਾਵਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਲੱਖਾਂ ਘਰ ਤੇ ਕਾਰੋਬਾਰਾਂ ਦੀ ਬਿਜਲੀ ਇਸ ਸਮੇਂ ਠੱਪ ਪੈ ਗਈ ਹੈ। ਕਿੰਨੇ ਹੀ ਸ਼ਹਿਰਾਂ ਦੇ ਵਿੱਚ ਹੜ੍ਹ ਆ ਚੁੱਕੇ ਹੈ। ਤੇਜ਼ ਤੂਫਾਨ ਦੇ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਰਾਹਤ ਕਾਰਜਾਂ ਵਾਸਤੇ ਕੈਨੇਡੀਅਨ ਫੌਜਾਂ ਨੂੰ ਤਾਇਨਾਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਖਾਲਸਾ ਏਡ ਦੇ ਸਹਿਯੋਗ ਦੇ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਆਮ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦੱਸਿਏ ਕਿ ਚੱਕਰਵਾਤ ਨਾਲ ਨੋਵਾ ਸਕੋਸ਼ੀਆ ਪ੍ਰੋਵਿੰਸ ਵਿੱਚ ਲੱਖਾਂ ਲੋਕ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਨੇ। ਪ੍ਰੋਵਿੰਸ਼ੀਅਲ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰੋਵਿੰਸ ਦੇ ਵਿੱਚ 7000 ਥਾਵਾਂ ਤੇ ਬਿਜਲੀ ਸਪਲਾਈ ਇਸ ਸਮੇਂ ਖਰਾਬ ਪਈ ਹੈ, ਜਿਸ ਨਾਲ ਕਰੀਬ 2 ਲੱਖ ਗ੍ਰਾਹਕ ਪ੍ਰਭਾਵਿਤ ਹੋਏ ਨੇ। ਪ੍ਰੋਵਿੰਸ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਲਾਸਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ। ਨਸ਼ੇ ਕਾਰਨ ਇੱਕ ਮਹੀਨੇ ਦੇ ਵਿੱਚ 150 ਤੋਂ ਵੱਧ ਮੌਤਾਂ ਹੋ ਗਈਆਂ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਸ ਹਫ਼ਤੇ ਖਬਰ ਸਾਹਮਣੇ ਆਈ, ਜਿੱਥੇ ਬ੍ਰਿਟਿਸ਼ ਕੋਲੰਬੀਆ ਕੋਰਨਰਸ ਸਰਵਿਸ ਵੱਲੋਂ ਦੱਸਿਆ ਗਿਆ ਕਿ ਨਸ਼ੇ ਨੇ 150 ਤੋਂ ਵੱਧ ਜਾਨਾਂ ਲੈ ਲਈਆਂ। ਪਿਛਲੇ ਮਹੀਨੇ ਦੇ ਮੁਕਾਬਲੇ ਤੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਹ ਅੰਕੜਾ ਥੋੜਾ ਦੱਸਿਆ ਜਾ ਰਿਹਾ, ਪਰ ਫਿਰ ਵੀ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਮਹੀਨੇ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਕੋਰਨਰ ਵੱਲੋਂ ਦੱਸਿਆ ਗਿਆ ਕਿ ਅਗਸਤ ਮਹੀਨੇ ਦੌਰਾਨ 169 ਮੌਤਾਂ ਓਵਰਡੋਜ਼ ਦੇ ਕਾਰਨ ਹੋ ਗਈਆਂ। ਹੁਣ ਤੱਕ ਦੀ ਰਿਪੋਰਟ ਦੇ ਵਿੱਚ ਪਤਾ ਚੱਲਿਆ ਹੈ ਕਿ ਸਾਲ 2022 ਤੱਕ 1468 ਲੋਕ ਆਪਣੀ ਓਵਰਡੋਜ਼ ਦੇ ਕਾਰਨ ਜਾਨ ਗਵਾ ਚੁੱਕੇ ਨੇ। ਤਾਜ਼ਾ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਕੋਰਨਰਸ ਸਰਵਿਸ ਵੱਲੋਂ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜੋ ਤਾਜ਼ਾ ਅੰਕੜਾ ਸਾਹਮਣੇ ਆਇਆ ਉਸ ਤੋਂ ਹੁਣ ਤੱਕ ਦੀਆਂ ਮੌਤਾਂ ਦਾ ਅੰਕੜਾ 1000 ਤੋਂ ਪਾਰ ਹੋ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਅਗਸਤ ਮਹੀਨੇ ਦੌਰਾਨ ਰਿਕਾਰਡ ਤੋੜ ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ, ਪਰ ਇਹ ਜਾਣਕਾਰੀ ਪਿਛਲੇ ਸਾਲ ਦੇ ਨਾਲ ਜੁੜੀ ਹੋਈ ਹੈ। ਇੱਕ ਰਾਹਤ ਦੀ ਖਬਰ ਇਹ ਰਹੀ ਕਿ ਜੁਲਾਈ ਮਹੀਨੇ ਦੀ ਤੁਲਨਾ ਦੇ ਵਿੱਚ ਅਗਸਤ ਮਹੀਨੇ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਵਿੱਚ 12% ਦੀ ਗਿਰਾਵਟ ਸਾਂਝੀ ਕੀਤੀ ਗਈ ਹੈ ਤੇ ਇਸੇ ਮਹੀਨੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 14% ਦੀ ਗਿਰਾਵਟ ਆਈ ਹੈ। ਰਿਪੋਰਟ ਦੇ ਵਿੱਚ ਹੋਰ ਵੀ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ, ਜਿਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਤੱਕ ਜਿਹੜੀਆਂ ਮੌਤਾਂ ਹੋਈਆਂ ਨੇ ਇਸ ਵਿੱਚ 71% ਲੋਕ ਉਹ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ 59 ਸਾਲ ਦੇ ਵਿਚਕਾਰ ਹੈ। 3 ਕੁਆਰਟਰ ਮੇਲ ਇਸ ਦੇ ਵਿੱਚ ਸ਼ਾਮਿਲ ਦੱਸੇ ਗਏ ਨੇ। ਸਭ ਤੋਂ ਵੱਧ ਮੌਤਾਂ ਫੈਂਟਨਲ ਦੇ ਨਾਲ ਜੁੜੀਆਂ ਹੋਈਆਂ ਨੇ, ਜਿਸ ਵਾਸਤੇ 81% ਦਾ ਅੰਕੜਾ ਜਾਰੀ ਕੀਤਾ ਗਿਆ ਤੇ ਪਿਛਲੇ ਸਾਲ ਫੈਂਟਨਲ ਦੇ ਨਾਲ ਜੁੜਿਆ ਹੋਇਆ ਅੰਕੜਾ 86% ਦਾ ਸੀ। ਇਮੀਗ੍ਰੇਸ਼ਨ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ ਦੇ ਡਰਾਅ ਦੇ ਉੱਪਰ 1 ਮਹੀਨੇ ਦੇ ਲਈ ਰੋਕ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਾਲ ਜੁੜੀ ਹੋਈ ਹੈ, ਜਿੱਥੇ PNP ਡਰਾਅ ਜੋ ਆਮ ਤੌਰ ਦੇ ਉੱਪਰ ਹਫ਼ਤੇ ਦੇ ਵਿੱਚ ਇੱਕ ਵਾਰ ਐਲਾਨ ਕੀਤਾ ਜਾਂਦਾ ਹੈ, ਹੁਣ 1 ਮਹੀਨੇ ਤੱਕ ਕੋਈ ਵੀ ਡਰਾਅ ਨਹੀਂ ਕੱਢਿਆ ਜਾਵੇਗਾ। ਅਜਿਹਾ ਕਿਉਂ, ਇਸ ਦਾ ਕਾਰਨ ਵੀ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਸਾਂਝਾ ਕੀਤਾ ਗਿਆ। ਇਮੀਗ੍ਰੇਸ਼ਨ ਦੇ ਡਰਾਅ ਦੇ ਉੱਪਰ 1 ਮਹੀਨੇ ਵਾਸਤੇ ਰੋਕ ਲਗਾਈ ਜਾ ਰਹੀ ਹੈ। ਜੀ ਹਾਂ, PNP ਡਰਾਅ ਦੇ ਬਾਰੇ ਇਹ ਜਾਣਕਾਰੀ ਸਾਹਮਣੇ ਆਈ, ਜਿੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ PNP ਡਰਾਅਸ ਦੇ ਉੱਪਰ 1 ਮਹੀਨੇ ਲਈ ਰੋਕ ਲਗਾਈ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ 12 ਅਕਤੂਬਰ ਤੋਂ 16 ਨਵੰਬਰ ਦੇ ਵਿਚਕਾਰ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਕਿਸੇ ਸੂਬੇ ਲਈ ਅਜਿਹਾ ਕਰਨਾ ਕੋਈ ਆਮ ਗੱਲ ਨਹੀਂ। ਆਮ ਤੌਰ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਹਰ ਹਫ਼ਤੇ ਹੀ PNP ਡਰਾਅ ਕੱਢਿਆ ਜਾਂਦਾ ਹੈ। ਕੈਨੇਡਾ ਵੱਲੋਂ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਸਿਸਟਮ ਦੇ ਵਿੱਚ ਕੁਝ ਵੱਡੇ ਬਦਲਾਅ ਕੀਤੇ ਗਏ ਨੇ, ਜਿਸ ਤੋਂ ਬਾਅਦ ਹੁਣ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾਣੇ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਸ ਬਾਰੇ ਜੋ ਵਧੇਰੇ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿੱਚ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ PNP ਉਮੀਦਵਾਰ ਜਿਨ੍ਹਾਂ ਵੱਲੋਂ 12 ਅਕਤੂਬਰ ਦੀ ਪੂਲ ਵਾਸਤੇ ਅਰਜ਼ੀਆਂ ਲਗਾਈਆਂ ਗਈਆਂ, ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਜਦੋਂ ਡਰਾਅ ਦੁਬਾਰਾ ਸ਼ੁਰੂ ਕੀਤੇ ਜਾਣਗੇ, ਨਵੰਬਰ ਮਹੀਨੇ ਦੌਰਾਨ ਉਮੀਦਵਾਰ ਮੁੜ ਤੋਂ ਅਪਲਾਈ ਕਰ ਸਕਦੇ ਨੇ। ਜੇਕਰ ਕਿਸੇ ਵੀ ਉਮੀਦਵਾਰ ਨੂੰ 12 ਅਕਤੂਬਰ ਤੋਂ ਪਹਿਲਾਂ ਸੱਦੇ ਹਾਸਲ ਹੋ ਚੁੱਕੇ ਨੇ ਤਾਂ ਉਹਨਾਂ ਕੋਲ 30 ਦਿਨ ਦਾ ਸਮਾਂ ਹੈ ਕਿ ਉਹ ਆਪਣੀ ਅਰਜ਼ੀ ਜਮ੍ਹਾਂ ਕਰਵਾ ਦੇਣ। ਇਸ ਤੋਂ ਇਲਾਵਾ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਐਂਟਰਪ੍ਰੈਨਿਓਰ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਉਮੀਦਵਾਰਾਂ ਨੂੰ ਅਜੇ ਵੀ ਇਨਵੀਟੇਸ਼ਨ ਦਿੱਤੇ ਜਾਣਗੇ। ਬਾਕੀ ਦੀ ਜਾਣਕਾਰੀ ਲਗਾਤਾਰ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ।
ਇੱਥੇ ਵੀ ਦੱਸ ਦਈਏ ਕਿ ਵੀਕਲੀ ਪੀਐਨਪੀ ਡਰਾਅ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਵੱਲੋਂ 200 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 28 ਸਤੰਬਰ ਨੂੰ ਡਰਾਅ ਕੱਢਿਆ ਗਿਆ, ਜਿੱਥੇ 258 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਨ੍ਹਾਂ ਵਿੱਚੋਂ 215 ਉਮੀਦਵਾਰ ਟੈਕ ਆਕੂਪੇਸ਼ਨ ਦੇ ਨਾਲ ਜੁੜੇ ਹੋਏ ਸਨ। ਇਨਵੀਟੇਸ਼ਨ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਗਏ ਜਿਹੜੇ ਕਿ ਸਕਿਲਡ ਵਰਕਰ ਤੇ ਇੰਟਰਨੈਸ਼ਨਲ ਗ੍ਰੈਜੂਏਟ ਕੈਟਾਗਰੀ ਦੇ ਨਾਲ ਸੰਬੰਧ ਰੱਖਦੇ ਨੇ। ਇਨ੍ਹਾਂ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ ਘੱਟੋ-ਘੱਟ 100 ਪੁਆਇੰਟਸ ਹੋਣ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ 28 अर्ਲੀ ਚਾਈਲਡਹੁੱਡ ਐਜੂਕੇਟਰਸ ਤੇ ਅਸਿਸਟੈਂਟਸ ਨੂੰ ਇਨਵੀਟੇਸ਼ਨ ਮਿਲੀ, ਜਿਸ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। 15 ਹੈਲਥ ਕੇਅਰ ਵਰਕਰਸ ਜਿਹੜੇ ਕਿ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ, ਐਂਟਰੀ ਲੈਵਲ ਤੇ ਸੈਮੀ ਸਕਿਲਡ ਨਾਲ ਸੰਬੰਧ ਰੱਖਦੇ ਨੇ, ਇਸ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਰਹੀ। ਹੈਲਥ ਕੇਅਰ ਅਸਿਸਟੈਂਟਸ ਤੇ ਐਂਟਰੀ ਲੈਵਲ ਸੈਮੀ ਸਕਿਲਡ ਕੈਟਾਗਰੀ ਦੇ ਵਿੱਚ 60 ਪੁਆਇੰਟਸ ਦੀ ਜ਼ਰੂਰਤ ਸੀ। ਇਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਤੂਫਾਨ ਪ੍ਰਭਾਵਿਤ ਇਲਾਕੇ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੌਰਾ ਕੀਤਾ ਗਿਆ। ਪਿਛਲੇ ਦਿਨੀ ਕਿਊਬੈਕ ਦੇ ਵਿੱਚ ਜਿਸ ਤਰ੍ਹਾਂ ਦੇ ਇਸ ਹੁਰੀਕੇਨ ਕਾਰਨ ਹਾਲਾਤ ਬਣੇ ਨੇ, ਉਸ ਬਾਰੇ ਪ੍ਰਧਾਨ ਮੰਤਰੀ ਬੋਲਦੇ ਦਿਖਾਈ ਦਿੱਤੇ ਤੇ ਨਾਲ ਹੀ ਉਹਨਾਂ ਵੱਲੋਂ ਮਦਦ ਦਾ ਵੱਡਾ ਐਲਾਨ ਕੀਤਾ ਗਿਆ। ਕੈਨੇਡਾ ਦੇ ਸੂਬੇ ਕਿਊਬੈਕ ਦੇ ਵਿੱਚ ਜੋ ਸਟਾਰਮ ਆਇਆ, ਉਸ ਕਾਰਨ ਕਾਫੀ ਨੁਕਸਾਨ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਟਾਰਮ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਰਾਹਤ ਦਾ ਵੱਡਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਊਬੈਕ ਦੇ ਵਿੱਚ ਉਸ ਥਾਂ ਪਹੁੰਚੇ ਜਿੱਥੇ ਸਟਾਰਮ ਵੱਲੋਂ ਦਸਤਕ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਥੇ ਫੈਡਰਲ ਸਪੋਰਟ ਦੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਵੱਲੋਂ ਮੌਜੂਦਾ ਮੇਅਰ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਇਲਾਵਾ ਉਹ ਸੀਨੀਅਰ ਫਿਸ਼ਰਜ਼ ਅਤੇ ਸਮਾਲ ਬਿਜ਼ਨਸ ਓਨਰਜ਼ ਦੇ ਨਾਲ ਵੀ ਮਿਲੇ। ਇਸ ਮੌਕੇ ਟਰੂਡੋ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਫੈਡਰਲ ਸਰਕਾਰ ਕਿਊਬੈਕ ਦੇ ਨਾਲ ਮਿਲ ਕੇ ਸਟਾਰਮ ਕਾਰਨ ਜਿਹੜਾ ਨੁਕਸਾਨ ਹੋਇਆ ਉਸ ਸੰਬੰਧੀ ਮਦਦ ਕਰੇਗੀ। ਇਸ ਮੌਕੇ ਤੇ ਨੈਸ਼ਨਲ ਰੈਵਨਿਊ ਮਿਨਿਸਟਰ ਵੀ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਸਨ, ਜਿਨ੍ਹਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਰਾਹਤ ਕਾਰਜ ਹੁਣ ਚਲਾਏ ਜਾਣਗੇ। ਦੱਸ ਦਈਏ ਕਿ ਕਿਊਬੈਕ ਦੇ ਵਿੱਚ ਸਟਾਰਮ ਕਾਰਨ ਜੋ ਭਾਰੀ ਨੁਕਸਾਨ ਹੋਇਆ, ਇੱਥੇ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਸ ਨੂੰ ਲਗਾਇਆ ਗਿਆ ਤਾਂ ਕਿ ਫਿਓਨਾ ਦੇ ਕਾਰਨ ਜੋ ਨੁਕਸਾਨ ਹੋਇਆ ਉਸ ਨੂੰ ਸਾਫ਼ ਕੀਤਾ ਜਾ ਸਕੇ। ਡਿਫੈਂਸ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਵੀਕਐਂਡ ਫਿਓਨਾ ਵੱਲੋਂ ਆਈਲੈਂਡ ਦੇ ਉੱਪਰ ਦਸਤਕ ਦਿੱਤੀ ਗਈ, ਜਿਸ ਕਾਰਨ ਕਾਫੀ ਚੀਜ਼ਾਂ ਨੁਕਸਾਨੀਆਂ ਗਈਆਂ। ਰਸਤੇ ਤੇ ਘਰਾਂ ਨੂੰ ਇਸ ਕਾਰਨ ਨੁਕਸਾਨ ਪਹੁੰਚਿਆ। ਇਸ ਸਭ ਦੌਰਾਨ ਹੁਣ ਪ੍ਰਧਾਨ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸਰਕਾਰ ਵੱਲੋਂ ਮਦਦ ਕੀਤੀ ਜਾਵੇਗੀ ਤੇ ਮਦਦ ਉਹਨਾਂ ਵੱਲੋਂ ਕਿਊਬੈਕ ਦੇ ਨਾਲ ਮਿਲ ਕੇ ਕੀਤੀ ਜਾਣੀ ਹੈ। ਖਾਲੀ ਨੌਕਰੀਆਂ ਦੇ ਬਾਰੇ ਇੱਕ ਰਾਹਤ ਦੀ ਖਬਰ ਸਾਹਮਣੇ ਆਈ। ਪਹਿਲਾਂ ਕੈਨੇਡਾ ਦੇ ਵਿੱਚ 1 ਮਿਲੀਅਨ ਤੋਂ ਵੱਧ ਨੌਕਰੀਆਂ ਖਾਲੀ ਪਈਆਂ ਸਨ, ਪਰ ਹੁਣ ਰਾਹਤ ਇਹ ਹੈ ਕਿ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦੱਸਦੇ ਨੇ ਕਿ 1 ਮਿਲੀਅਨ ਤੋਂ ਘੱਟ ਨੌਕਰੀਆਂ ਹੀ ਖਾਲੀ ਪਈਆਂ ਨੇ। ਇਹਨਾਂ ਖਾਲੀ ਨੌਕਰੀਆਂ ਦੇ ਅੰਕੜੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕੈਨੇਡਾ ਵਿੱਚ ਮੌਜੂਦਾ ਸਮੇਂ ਕਿੰਨੀਆਂ ਨੌਕਰੀਆਂ ਖਾਲੀ ਪਈਆਂ ਨੇ, ਇਸ ਬਾਰੇ ਤਾਜ਼ਾ ਅੰਕੜਾ ਸਾਂਝਾ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਖਾਲੀ ਨੌਕਰੀਆਂ ਘੱਟ ਹੋਈਆਂ ਨੇ। ਜੁਲਾਈ ਮਹੀਨੇ ਦੇ ਬਾਰੇ ਡਿਟੇਲ ਦਿੱਤੀ ਗਈ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਜੁਲਾਈ ਮਹੀਨੇ ਦੌਰਾਨ ਖਾਲੀ ਪਈਆਂ ਨੌਕਰੀਆਂ 1 ਮਿਲੀਅਨ ਤੋਂ ਘੱਟ ਦਰਜ ਕੀਤੀਆਂ ਗਈਆਂ। ਪਹਿਲਾਂ ਖਾਲੀ ਨੌਕਰੀਆਂ ਦਾ ਅੰਕੜਾ 1 ਮਿਲੀਅਨ ਤੋਂ ਵੱਧ ਦੱਸਿਆ ਜਾ ਰਿਹਾ ਸੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਚਾਹੇ ਇਨ੍ਹਾਂ ਖਾਲੀ ਨੌਕਰੀਆਂ ਦੇ ਅੰਕੜੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੋਵੇ, ਪਰ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਅਜੇ ਵੀ ਇਹ ਜੌਬ ਵੈਕੈਂਸੀ ਜ਼ਿਆਦਾ ਹੈ। ਏਜੰਸੀ ਦਾ ਕਹਿਣਾ ਹੈ ਕਿ ਕੈਨੇਡਾ ਦੇ ਇੰਪਲੋਇਰਸ ਵੱਲੋਂ ਮੌਜੂਦਾ ਸਮੇਂ 9,64,000 ਜਿਹੜੀਆਂ ਖਾਲੀ ਨੌਕਰੀਆਂ ਨੇ ਉੱਥੇ ਰਿਕਰੂਟਿੰਗ ਕੀਤੀ ਜਾ ਰਹੀ ਹੈ। ਜੂਨ ਦੀ ਤੁਲਨਾ ਦੇ ਵਿੱਚ ਇਹ ਅੰਕੜਾ 56,400 ਹੇਠਾਂ ਆਇਆ ਹੈ, ਜਦਕਿ ਜੁਲਾਈ 2021 ਦੇ ਮੁਕਾਬਲੇ ਇਸ ਵਿੱਚ 1,34,300 ਦਾ ਵਾਧਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਤੋਂ ਪਤਾ ਚੱਲਿਆ ਹੈ ਕਿ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਇੰਡਸਟਰੀ ਦੇ ਵਿੱਚ ਜਿਹੜੀਆਂ ਖਾਲੀ ਨੌਕਰੀਆਂ ਸਨ, ਉਹਨਾਂ ਵਿੱਚ 15.4% ਦੀ ਗਿਰਾਵਟ ਦਰਜ ਕੀਤੀ ਗਈ ਹੈ। ਰੀਟੇਲ ਟ੍ਰੇਡ ਦੇ ਵਿੱਚ ਇਹ ਅੰਕੜਾ 11.9% ਦਾ ਦੱਸਿਆ ਗਿਆ, ਭਾਵ ਕਿ ਇੱਥੇ ਵੀ ਖਾਲੀ ਨੌਕਰੀਆਂ ਘੱਟ ਹੋਈਆਂ ਹਨ। ਦੱਸ ਦਈਏ ਕਿ ਪਹਿਲਾਂ ਖਾਲੀ ਪਈਆਂ ਨੌਕਰੀਆਂ ਦੇ ਬਾਰੇ ਇਹੀ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਸੀ ਕਿ ਇਹ ਅੰਕੜਾ ਵਧਦਾ ਹੀ ਜਾ ਰਿਹਾ ਹੈ, ਪਰ ਹੁਣ ਇਸ ਸੰਬੰਧੀ ਵੀ ਰਾਹਤ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟੈਂਪਰੇਰੀ ਵਰਕਰਸ ਦੇ ਨਾਲ ਹੋ ਰਹੀ ਠੱਗੀ, ਭਾਰਤ ਤੋਂ ਆਉਣ ਵਾਲੇ ਹੋ ਰਹੇ ਹਨ ਸ਼ਿਕਾਰ। ਕੈਨੇਡਾ ਵੱਲੋਂ ਪੰਜਾਬ ਦਾ ਸਫ਼ਰ ਨਾ ਕਰਨ ਦੀ ਹਿਦਾਇਤ, ਕਿਹਾ ਯਾਤਰਾ ਤੋਂ ਕਰੋ ਪਰਹੇਜ਼। ਅਸਾਈਲਮ ਸੀਕਰਸ ਦੀ ਗਿਣਤੀ ਦੇ ਵਿੱਚ ਰਿਕਾਰਡ ਵਾਧਾ, ਟੁੱਟਾ ਪਿਛਲੇ 7 ਸਾਲਾਂ ਦਾ ਰਿਕਾਰਡ। ਕੈਨੇਡਾ ਨੇ ਖਤਮ ਕੀਤੀਆਂ ਸਾਰੀਆਂ ਪਾਬੰਦੀਆਂ, ਹੁਣ ਵੈਕਸੀਨ ਦਾ ਸਬੂਤ ਦਿਖਾਉਣਾ ਨਹੀਂ ਹੋਵੇਗਾ ਜ਼ਰੂਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।